ਸਮਰੱਥ ਕਥ ਗੋਚਰ। ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੋ ਪਾਇਆ ਸਦਾ। ਨਾਨਕੀ ਅਰਦਾਸ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੋ ਆਓ ਕੁਝ ਗੁਰਬਾਣੀ ਦੇ ਸ਼ਬਦਾਂ ਤੇ ਵਿਚਾਰ ਕਰੀਏ ਕਿ ਗੁਰਬਾਣੀ ਪੜ੍ਹਨ ਦੇ ਨਾਲ, ਗੁਰਬਾਣੀ ਸੁਣਨ ਨਾਲ ਤੇ ਉਸ ਤੇ ਅਮਲ ਕਰਨ ਦੇ ਨਾਲ ਕਿਹੜੇ ਰੋਗ ਕੱਟੇ ਜਾਂਦੇ ਹਨ, ਕਿਹੜੀਆਂ ਬਿਮਾਰੀਆਂ ਨਹੀਂ ਹੁੰਦੀਆਂ। ਤੇ ਗੁਰੂ ਜੀ ਗੁਰਬਾਣੀ ਦੇ ਵਿੱਚ ਦੱਸਦੇ ਹਨ ਕਿ ਸਰੀਰ ਕਿਵੇਂ ਪੈਦਾ ਹੋਇਆ ਤੇ ਇਸ ਦੇ ਵਿੱਚ ਕੀ ਹੈ। ਤੇ ਗੁਰਬਾਣੀ ਦਾ ਫਰਮਾਨ ਹੈ ਕਿ ਪਾਂਚ ਧਾਤ ਕਰ ਪੁਤਲਾ ਕੀਆ, ਸਾਹੇ ਕੈ ਫਰਮਾਇੜ ਜੀ। ਦੇਹੀ ਵਿੱਚ ਜਿਉ ਆਏ ਪਿਆ ਕਿ ਮਨੁੱਖ ਇੱਕ ਪੁਤਲਾ ਹੈ ਜੋ ਪੰਜ ਧਾਤਾਂ ਤੋਂ ਤਿਆਰ ਕੀਤਾ ਹੋਇਆ, ਜਾਂ ਕਹਿ ਲਓ ਤੱਤਾਂ ਤੋਂ ਬਣਿਆ ਹੋਇਆ। ਇਸ ਨੂੰ ਅਸੀਂ ਪੰਜ ਤੱਤਾਂ ਦਾ ਵੀ ਕਹਿ ਸਕਦੇ ਹਾਂ। ਤੇ ਇਹ ਪੰਜ ਤੱਤ ਕਿਹੜੇ ਹਨ? ਸਭ ਤੋਂ ਪਹਿਲਾਂ ਅਗਨ ਤੱਤ, ਪਾਣੀ ਤੱਤ, ਹਵਾ ਤੱਤ, ਮਿੱਟੀ ਤੱਤ ਤੇ ਪੰਜਵਾਂ ਆਕਾਸ਼ ਤੱਤ ਹਨ। ਤੇ ਹੁਣ ਇਸ ਪੁਤਲੇ ਦੇ ਵਿੱਚ ਆਤਮਾ ਭਰ ਦਿੱਤੀ ਹੈ ਤੇ ਨਾਲ ਹੀ ਇਸ ਦੇ ਵਿੱਚ ਪੰਜ ਚੋਰ ਬਿਠਾ ਦਿੱਤੇ ਹਨ। ਤੇ ਸਭ ਤੋਂ ਪਹਿਲਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਜੋ ਪੰਜ ਚੋਰ ਹਨ। ਤੇ ਇਹ ਵੀ ਇਸ ਸਰੀਰ ਦੇ ਵਿੱਚ ਹਨ। ਤੇ ਇਹ ਪੰਜੇ ਬੜੇ ਮਹਾਬਲੀ ਹਨ, ਜੋ ਇਹਨਾਂ ਦੇ ਵਿੱਚ ਬੜੀ ਤਾਕਤ ਹੈ, ਬੜੀ ਪਾਵਰ ਹੈ। ਤੇ ਇਹਨਾਂ ਨੂੰ ਪੰਜ ਵਕਾਰ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਵਿੱਚੋਂ ਇੱਕ ਵੀ ਕਿਸੇ ਤੇ ਭਾਰੂ ਹੋ ਜਾਏ ਤਾਂ ਇਨਸਾਨ ਦਾ ਜੀਵਨ ਖਤਮ ਹੋ ਜਾਂਦਾ ਹੈ। ਕਿਉਂਕਿ ਜਿਸ ਕਾਰਜ ਲਈ ਅਸੀਂ ਇਸ ਲੋਕ ਤੇ ਆਏ ਹਾਂ, ਉਹਨਾਂ ਤੋਂ ਦੂਰ ਕਰ ਦਿੰਦਾ ਹੈ। ਤੇ ਵਜਰ ਕ੍ਰੈਤਨ ਦੇ ਵਿੱਚ ਵੀ ਜੋ ਕਾਮ ਵਾਸ਼ਨਾ ਦੇ ਵਿੱਚ ਪਰਾਈ ਇਸਤਰੀ ਨੂੰ ਗਮਨ ਕਰਨਾ, ਇਹ ਵਜਰ ਕ੍ਰੈਤ ਦੱਸਿਆ ਗਿਆ, ਜੋ ਕਾਮ ਤੋਂ ਸ਼ੁਰੂ ਹੁੰਦਾ ਹੈ। ਕ੍ਰੈਤ ਜੋ ਰਹਿਤ ਤੋਂ ਦੂਰ ਹੋ ਕੇ ਜੋ ਕੰਮ ਕਰਨਾ, ਗੁਰੂ ਦੀ ਦਸੀ ਮਰਜ਼ਾਦਾ ਤੋਂ ਉਲਟ ਕੰਮ ਕਰਨਾ, ਉਹ ਕ੍ਰੈਤ ਹੈ। ਤੇ ਇਸ ਨੂੰ ਵਜਰ ਕ੍ਰੈਤ ਕਿਹਾ ਗਿਆ ਹੈ। ਜੋ ਕਾਮ ਵਾਸ਼ਨਾ ਵੀ ਕਿਹਾ ਜਾਂਦਾ ਹੈ, ਕਾਮ ਬਾਰੇ ਕਿਸੇ ਨੇ ਖੁੱਲ ਕੇ ਲਿਖਿਆ ਨਹੀਂ, ਕਿਸੇ ਨੇ ਦੱਸਿਆ ਨਹੀਂ। ਜਿਵੇਂ ਦੂਸਰੇ ਕ੍ਰੋਧ, ਲੋਭ, ਮੋਹ, ਹੰਕਾਰ ਤੇ ਬੜਾ ਕੁਝ ਲਿਖਿਆ ਗਿਆ, ਬੜਾ ਕੁਝ ਖੁੱਲ ਕੇ ਦੱਸਿਆ ਗਿਆ। ਤੇ ਇੱਕ ਲਿਖੀ ਨੇ ਇਸ ਬਾਰੇ ਲਿਖਿਆ, ਜੋ ਕਾਮ ਸੂਤਰ ਗ੍ਰੰਥ ਲਿਖਿਆ ਹੈ, ਜੋ ਕਾਮ ਦੇ ਵਿੱਚ ਜੋ ਕੁਝ ਹੁੰਦਾ ਹੈ। ਤੇ ਕਾਮ ਦੇ ਇੱਕ ਇਹੋ ਜਿਹੀ ਚੀਜ਼ ਹੈ ਜੋ ਵੱਡਿਆਂ ਵੱਡਿਆਂ ਨੂੰ ਰੋਲ ਕੇ ਰੱਖ ਦਿੰਦੀ ਹੈ। ਇਹ ਕਾਮ ਵਾਸ਼ਨਾ ਬੜੀ ਪ੍ਰਬਲ ਹੈ। ਇਹਨਾਂ ਦੇ ਵੱਡੇ ਵੱਡੇ ਦੇਵਤਿਆਂ ਨੂੰ ਰੋਲ ਕੇ ਰੱਖ ਦਿੱਤਾ ਤੇ ਅਸੀਂ ਤਾਂ ਆਮ ਇਨਸਾਨ ਹੈ।
ਤੇ ਇਸਨੇ ਬੜੇ ਘਰ ਬਰਬਾਦ ਕੀਤੇ ਨੇ। ਤੇ ਇਸ ਲਈ ਸਤਿਗੁਰਾਂ ਨੇ ਸਾਨੂੰ ਸਮਝਾਇਆ ਅਤੇ ਰਹਿਤ ਮਰਜ਼ਾਦਾ ਦੇ ਵਿੱਚ ਜੋ 4 ਵਜਰ ਕਰੈਤਾ ਹਨ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਹੈ ਪਰਾਏ ਇਸਤਰੀ ਗਮਨ ਹੋਣਾ ਜਾਂ ਪਰਾਏ ਮਰਦ ਨਾਲ ਸੰਬੰਧ ਰੱਖਣੇ। ਭਾਵ ਕਿ ਇਸਤਰੀ ਜਾਂ ਮਰਦ ਦਾ ਸੰਗ ਕਰਨਾ ਇਹ ਵਜਰ ਕਰੈਤ ਹੈ। ਤੇ ਇਹ ਵਜਰ ਕਰੈਤ ਕਿਉਂ ਹੁੰਦੀ ਹੈ, ਕਿੱਥੋਂ ਜਨਮ ਲੈਂਦੀ ਹੈ ਤੇ ਇਸ ਦਾ ਕਾਰਨ ਕੀ ਹੈ ਤੇ ਗੁਰੂ ਸਾਹਿਬ ਨੇ ਵਜਰ ਕਰੈਤ ਕਿਉਂ ਕਿਹਾ ਹੈ। ਤੇ ਸਾਨੂੰ ਇਸ ਬਾਰੇ ਗੁਰੂ ਸਾਹਿਬ ਜੀ ਨੇ ਬੜਾ ਸਪਸ਼ਟ ਕਰਕੇ ਦੱਸਿਆ। ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਖਿਤਾਬ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ, ਜੋ ਭਾਈ ਗੁਰਦਾਸ ਦੀਆਂ ਵਾਰਾਂ ਹਨ। ਤੇ ਭਾਈ ਗੁਰਦਾਸ ਜੀ ਆਖਦੇ ਨੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਭਾਵ ਕਿ ਜੋ ਆਪਣੀ ਇਸਤਰੀ ਦੇ ਨਾਲ ਸੰਗ ਰੱਖਦਾ ਹੈ ਉਹ ਜਤੀ ਅਖਵਾਉਂਦਾ ਹੈ। ਇਹ ਗੁਰੂ ਦੀ ਮਰਜ਼ਾਦਾ ਹੈ। ਤੇ ਪਰ ਨਾਰੀ ਧੀ ਭੈਣ ਵਖਾਣਾ, ਭਾਵ ਕਿ ਦੂਸਰੀਆਂ ਇਸਤਰੀਆਂ ਨੂੰ ਧੀ ਭੈਣ ਕਰਕੇ ਜਾਣਨਾ ਹੈ। ਤੇ ਇਹ ਗੁਰੂ ਦੀ ਮਰਜ਼ਾਦਾ ਹੈ। ਤੇ ਹੁਣ ਜੇ ਗੱਲ ਕਰੀਏ ਤੇ ਇਹ ਕਾਮ ਤੋਂ ਵੀ, ਵਾਸ਼ਨਾ ਤੋਂ ਇਹ ਜੋ ਕੰਮ ਵਿਗੜਦਾ ਹੈ ਤੇ ਇਹਨਾਂ ਨੇ ਤਾਂ ਦੇਵਤਿਆਂ ਦੇ ਵੀ ਜੱਤ ਸੱਤ ਡੁਲਾ ਦਿੱਤੇ ਹੈ। ਕਿ ਦੱਸਦੇ ਨੇ ਕਿ ਬ੍ਰਹਮਾ ਜੋ ਬੜਾ ਵੱਡਾ ਦੇਵਤਾ ਹੈ, ਲੋਕ ਉਸ ਦੀ ਪੂਜਾ ਕਰਦੇ ਆ। ਹੁਣ ਇੱਕ ਦਿਨ ਬ੍ਰਹਮਾ ਦੀਵਾਨ ਸਜਾਈ ਬੈਠਾ ਹੈ ਤੇ ਲੋਕਾਂ ਨੂੰ ਗਿਆਨ ਸੁਣਾ ਰਿਹਾ ਹੈ, ਕਥਾ ਵਿਚਾਰਾਂ ਹੋ ਰਹੀਆਂ। ਤੇ ਹੁਣ ਕਥਾ ਕਰਦਾ ਕਰਦਾ ਆਸੇ ਪਾਸੇ ਨਿਗਾਹ ਮਾਰੀ ਹੈ ਤੇ ਉਸ ਦੇ ਵਿੱਚ ਕਥਾ ਸੁਣਨ ਵਾਲਿਆਂ ਦੇ ਵਿੱਚ ਇਸਦੀ ਆਪਣੀ ਬੱਚੀ, ਆਪਣੀ ਧੀ। ਹੁਣ ਇਸ ਦੀ ਸਪੁੱਤਰੀ ਵੀ ਇਸ ਨੂੰ ਸੁਣ ਰਹੀ ਹੈ ਤੇ ਬ੍ਰਹਮਾ ਦੀ ਨਿਗਾਹ ਆਪਣੀ ਬੱਚੀ ਸੁਰਸਤੀ ਤੇ ਜਾ ਟਿਕੀ ਹੈ। ਹੁਣ ਨਿਗਾਹ ਟਿਕਣ ਦੇ ਕਾਰਨ ਬਿਰਤੀ ਉੱਥੇ ਜੁੜ ਗਈ ਹੈ। ਮਨ ਦੇ ਵਿੱਚ ਕਾਮ ਵਾਸ਼ਨਾ ਪੈਦਾ ਹੋਈ ਹੈ। ਹੁਣ ਕਾਮ ਵਾਸ਼ਨਾ ਦੇ ਵਿੱਚ ਸਭ ਕੁਝ ਭੁੱਲ ਗਿਆ ਹੈ। ਜਿਸ ਸਮੇਂ ਜਦ ਮੋਹਿਤ ਹੋਇਆ ਹੈ, ਕਾਮ ਪ੍ਰਬਲ ਹੋਇਆ ਹੈ ਤੇ ਲੜਕੀ ਸਮਝ ਜਾਂਦੀ ਹੈ ਕਿ ਪਿਤਾ ਦੀ ਨਿਗਾਹ ਬਦਲ ਗਈ ਹੈ। ਜਿਸ ਸਮੇਂ ਉੱਠੀ ਹੈ ਉਹ ਸਭਾ ਦੇ ਵਿੱਚੋਂ ਤੇ ਇਸ ਬ੍ਰਹਮਾ ਨੇ ਆਪਣੀ ਸ਼ਕਤੀ ਜੋ ਉੱਥੇ ਵਰਤਾਈ ਹੈ, ਇੱਕ ਸੀਸ ਤੋਂ, ਇੱਕ ਮੁੱਖ ਤੋਂ ਦੂਸਰਾ ਮੁੱਖ ਬਣਾ ਲਿਆ ਤੇ ਲੜਕੀ ਉੱਠ ਕੇ ਦੂਸਰੇ ਪਾਸੇ ਜਾਣ ਲੱਗੀ ਤੇ ਫਿਰ ਹੋਰ ਮੁੱਖ ਲਾਇਆ। ਭਾਵ ਕਿ ਚਾਰੇ ਪਾਸੇ ਜੋ ਸੁਰਸਤੀ ਸੀ, ਬ੍ਰਹਮਾ ਦੀ ਪੁੱਤਰੀ ਸੀ, ਉਹਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤੇ ਬ੍ਰਹਮਾ ਨੇ 4 ਮੁੱਖ ਆਪਦੇ ਲਾ ਲਏ ਹੈ। ਭਾਵ ਕਿ ਕਾਮ ਵਾਸ਼ਨਾ ਦੇ ਵਿੱਚ ਗ੍ਰਸਤ ਹੋ ਗਿਆ, ਆਪਣਾ ਦੀਨ ਭ੍ਰਸ਼ਟ ਕਰ ਲਿਆ ਹੈ। ਤੇ ਇੰਨੀ ਕਾਮ ਵਾਸ਼ਨਾ ਜੋ ਪ੍ਰਬਲ ਹੈ, ਉਹਨਾਂ ਨੇ ਦੇਵਤਿਆਂ ਦਾ ਵੀ ਜੱਤ ਸੱਤ ਡੁਲਾ ਦਿੱਤਾ ਹੈ। ਤੇ ਇਸ ਕਰਕੇ ਸਾਨੂੰ ਪਰਮਾਤਮਾ ਨੇ, ਸਾਡੇ ਗੁਰੂਆਂ ਨੇ ਪਹਿਲਾਂ ਹੀ ਖਾਲਸੇ ਨੂੰ ਸੁਚੇਤ ਕੀਤਾ, ਆਪਣੇ ਸਿੱਖਾਂ ਨੂੰ ਸੁਚੇਤ ਕੀਤਾ। ਤੇ 5ਵੇਂ ਪਾਤਸ਼ਾਹ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ
ਨੈਣ ਨ ਦੇਖੈ ਸਾਧ ਸੇ ਨੈਣ ਬਿਹਾਲਿਆ। ਭਾਵ ਕਿ ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਨਹੀਂ ਕਰਦੀਆਂ ਤੇ ਗੁਰੂ ਦੇ ਸਤ ਸੰਗੀਆਂ ਦੇ ਦਰਸ਼ਨ ਨਹੀਂ ਕਰਦੀਆਂ, ਹੋਰ ਪਦਾਰਥਾਂ ਦੇ ਵਿੱਚ ਗ੍ਰਸੀਆਂ ਪਰਾਏ ਧਨ ਅਤੇ ਪਰਾਇਆ ਰੰਗ ਰੂਪ ਵੇਖਦੀਆਂ ਹਨ, ਉਹ ਅੱਖੀਆਂ ਹਾਲ ਤੋਂ ਬੇਹਾਲ ਹੋਈਆਂ ਰਹਿੰਦੀਆਂ ਹਨ। ਕਰਨ ਸੁਣਹੀ ਨਾਦ ਕਰਨ ਮੁੰਦ ਘਾਲਿਆ। ਤੇ ਜਿਹੜੇ ਕੰਨ ਗੁਰੂ ਦੀ ਬਾਣੀ ਨਹੀਂ ਸੁਣਦੇ ਤੇ ਉਸ ਦਾ ਜਸ ਨਹੀਂ ਸੁਣਦੇ, ਹੋਰ ਨਿੰਦਾ ਚੁਗਲੀ ਲੱਚਰ ਗੀਤ ਸੁਣਦੇ ਰਹਿੰਦੇ ਹਨ, ਤੇ ਉਹ ਆਤਮਿਕ ਆਨੰਦ ਦੀ ਧੁਨੀ ਸੁਣਨ ਵੱਲੋਂ ਬੰਦ ਹੋਏ ਰਹਿੰਦੇ ਹਨ। ਤੇ ਉਹਨਾਂ ਨੂੰ ਪ੍ਰਭੂ ਦੀ ਜੋ ਆਨੰਦਮਈ ਸੁਰਤ ਨਹੀਂ ਸੁਣ ਸਕਦੀ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਰਸਨ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਤੇ ਜਿਹੜੀ ਜੀਵ ਪਰਮਾਤਮਾ ਦਾ ਜਸ ਨਹੀਂ ਗਾਉਂਦੀ, ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੀ, ਪਰਮਾਤਮਾ ਦੀ ਵਡਿਆਈ ਵਿੱਚ ਨਹੀਂ ਲੱਗਦੀ ਤੇ ਨਿੰਦਾ ਚੁਗਲੀ ਦੇ ਵਿੱਚ ਰਹਿੰਦੀ ਹੈ, ਤੋ ਦੁਨੀਆ ਦੀ ਨਿੰਦਾ ਰੂਪੀ ਕੈਂਚੀ ਨਾਲ ਹਰ ਰੋਜ਼ ਕੱਟੀ ਜਾ ਰਹੀ ਹੈ। ਹੁਣ ਜਦੋਂ ਅੱਖਾਂ ਗੁਰੂ ਦੇ ਦਰਸ਼ਨ ਕਰਨ ਲੱਗ ਪਈਆਂ, ਪਰਾਇਆ ਰੰਗ ਰੂਪ ਦੇਖਣਾ ਛੱਡ ਦਿੱਤਾ, ਕੰਨ ਗੁਰੂ ਦਾ ਜਸ ਸੁਣਨ ਲੱਗੇ ਹੈ ਤੇ ਲੋਕਾਂ ਦੀ ਨਿੰਦਾ ਚੁਗਲੀ ਸੁਣਨ ਤੋਂ ਹਟ ਗਏ ਹੈ ਤੇ ਜੀਵ ਗੁਰੂ ਦਾ ਜਸ ਕਰਨ ਲੱਗ ਪਈ ਹੈ, ਉਸ ਦੀ ਵਡਿਆਈ ਕਰਨ ਲੱਗ ਪਈ ਹੈ, ਤਾਂ ਇੰਦਰੀਆਂ ਦਾ ਰਾਜਾ ਮਨ ਹੈ ਤੇ ਉਹ ਮਨ ਗੁਰੂ ਦੇ ਨਾਲ ਜੁੜ ਕੇ ਆਪਣੇ ਅਸਲੀ ਕਾਰਜ ਵੱਲ ਆ ਜਾਵੇਗਾ ਅਤੇ ਕਾਮ ਤੋਂ ਮੁਕਤ ਹੋ ਜਾਏਗਾ। ਕਿਉਂਕਿ ਕਾਮ ਵਾਸਨਾ ਇਸੇ ਕਰਕੇ ਉੱਠਦੀ ਹੈ ਕਿ ਜਦੋਂ ਆਪਾਂ ਪਰਾਇਆ ਧਨ ਦੇਖਦੇ ਹਾਂ, ਪਰਾਇਆ ਰੰਗ ਰੂਪ ਦੇਖਦੇ ਹਾਂ, ਕੰਨਾਂ ਦੇ ਨਾਲ ਲੋਕਾਂ ਦੀ ਨਿੰਦਾ ਚੁਗਲੀ ਸੁਣਦੇ ਆ, ਜੀਭਾਂ ਦੇ ਨਾਲ ਮਾੜੇ ਬਚਨ ਬੋਲਦੇ ਆ, ਮਾੜਾ ਗਾਉਣੇ ਆ, ਇਸ ਕਰਕੇ ਮਨ ਦੇ ਵਿੱਚ ਵਿਕਾਰ ਉੱਠਦੇ ਆ, ਵਿਕਾਰਾਂ ਤੋਂ ਕਾਮ ਵਾਸ਼ਨਾ ਸ਼ੁਰੂ ਹੁੰਦੀ ਹੈ। ਤੇ ਅੱਜ ਵਿਗਿਆਨ ਦੇ ਯੁੱਗ ਦੇ ਵਿੱਚ ਵੀ ਇਹ ਸਿੱਧ ਕੀਤਾ ਜਾਂਦਾ ਹੈ ਕਿ ਜੋ ਮਨ ਦੇ ਵਿੱਚ ਵਿਕਾਰ ਉੱਠਦੇ ਹਨ, ਹੱਥ ਪੈਰ ਉਸੇ ਤਰ੍ਹਾਂ ਹੀ ਕੰਮ ਕਰਦੇ ਨੇ, ਅੱਖੀਆਂ ਉਸੇ ਤਰ੍ਹਾਂ ਕੰਮ ਕਰਦੀਆਂ ਜੋ ਦਿਮਾਗ ਦੇ ਵਿੱਚ ਆਉਂਦਾ, ਜਾਂ ਜੋ ਇਸਤਰੀ ਗਰਭਵਤੀ ਹੁੰਦੀ ਹੈ ਤੇ ਉਸ ਦੇ ਵਿੱਚ ਪੇਟ ਦੇ ਵਿੱਚ ਜੋ ਬੱਚਾ ਪੈਦਾ ਹੁੰਦਾ, ਉਸ ਸਮੇਂ ਜੋ ਵੀ ਉਹ ਇਸਤਰੀ ਖਾਣ ਪੀਣ ਕਰਦੀ ਹੈ, ਮਨ ਦੇ ਵਿੱਚ ਸੋਚਦੀ ਹੈ ਜਾਂ ਕੁਝ ਵੀ ਦੇਖ ਕਰ ਰਹੀ ਹੈ, ਤੇ ਉਹ ਅਸਰ ਬੱਚੇ ਦੇ ਉੱਪਰ ਪੈਂਦਾ ਹੈ, ਉਸਦੇ ਮਨ ਤੇ ਪੈਂਦਾ, ਤੇ ਉਸੇ ਤਰ੍ਹਾਂ ਜਿਵੇਂ ਉਸਦੀ ਮਾਤਾ ਕਰਦੀ ਹੈ, ਜੋ ਮਨ ਦੇ ਵਿੱਚ ਹੁੰਦਾ ਤੇ ਉਹ ਬੱਚੇ ਤੇ ਅਸਰ ਪੈਂਦਾ ਹੈ। ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਜੋ ਮਨ ਨੂੰ ਟਿਕਾਉਣ ਵਾਸਤੇ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਕੰਨਾਂ ਨੂੰ ਕਿਸ ਪਾਸੇ ਲਾਉਣਾ, ਅੱਖਾਂ ਨੂੰ ਕਿਸ ਪਾਸੇ ਲਾਉਣਾ ਤੇ ਜੀਭਾਂ ਨੂੰ ਕਿਸ ਪਾਸੇ ਲਾਉਣਾ। ਤੇ ਹੁਣ ਜੋ ਦੂਸਰੇ ਪਾਸੇ ਦੇਵਤਿਆਂ ਦਾ ਰਾਜਾ ਇੰਦਰ ਹੈ, ਤੇ ਇੰਦਰ ਦੇਵਤਾ ਜੋ ਉਹ ਵੀ ਕਾਮ ਵਾਸ਼ਨਾ ਦੇ ਵਿੱਚ ਗ੍ਰਸਤ ਹੋ ਗਿਆ ਹੈ। ਹੁਣ ਕਾਮ ਉਸਦੇ ਦੇਵਤੇ ਦੇ ਉੱਪਰ ਭਾਰੂ ਹੋ ਗਿਆ ਹੈ
ਤੇ ਕਾਮ ਵਾਸ਼ਨਾ ਦੇ ਵਿੱਚ ਜੋ ਇਹ ਇੰਦਰ ਦੇਵਤਾ ਉਸ ਦੇ ਵਿੱਚ ਗ੍ਰਸਿਆ ਜਾਂਦਾ ਹੈ। ਹੁਣ ਇੰਦਰ ਆਪਣੀ ਪੁਰੀ ਨੂੰ ਛੱਡ ਕੇ ਇੱਕ ਗੌਤਮ ਮਰੀਖੀ ਦੀ ਇਸਤਰੀ ਅਹਲਿਆ ਨਾਲ ਆਪਣਾ ਭੇਸ ਬਦਲ ਕੇ ਛਲ ਕਪਟ ਦੇ ਨਾਲ ਸੁਭੋਗ ਕੀਤਾ ਹੈ ਤੇ ਜਦ ਸਤ ਭੁੱਲ ਗਿਆ, ਜਦ ਸਤ ਤੋਂ ਡੋਲ ਗਿਆ। ਹੁਣ ਜਿਸ ਸਮੇਂ ਇੱਧਰ ਗੌਤਮ ਰੀਖੀ ਨੂੰ ਪਤਾ ਲੱਗਿਆ ਤਾਂ ਗੌਤਮ ਰੀਖੀ ਨੇ ਸ਼ਰਾਪ ਦੇ ਦਿੱਤਾ ਹੈ ਤੇ ਜੋ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਿ ਗੌਤਮ ਤਪਾ ਅਹਲਿਆ ਇਸਤਰੀ ਤੇ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਾਗੂ ਹੋਏ ਤਾਂ ਮਨ ਪਛਤਾਇਆ। ਕਿ ਗੌਤਮ ਰੀਖੀ ਨੇ ਕਿਹਾ ਇੰਦਰ ਦੇਵਤੇ ਨੂੰ ਕਿ ਤੂੰ ਜਾ, ਇੱਕ ਭੱਗ ਖਾਤਰ ਆਇਆ ਸੀ ਤੇ ਤੇਰੇ ਸਰੀਰ ਤੇ ਹਜ਼ਾਰਾਂ ਭੱਗ ਹੋ ਜਾਏਗੀ। ਤਾਂ ਇੰਦਰ ਦੇਵਤਾ ਪਛਤਾਉਣ ਲੱਗਿਆ। ਇੰਦਰ ਪੂਰੀ ਤੋਂ ਪਹਿਲਾਂ ਪਹੁੰਚਣ ਤੋਂ ਉਸਦਾ ਸਰੀਰ ਫੁੱਟਣਾ ਸ਼ੁਰੂ ਹੋ ਗਿਆ, ਭਾਵ ਕਿ ਹਜ਼ਾਰਾਂ ਭਾਗ ਉਸਦੇ ਸਰੀਰ ਤੇ ਹੋ ਗਈਆਂ। ਹੁਣ ਬੜਾ ਮਨ ਨੂੰ ਪਛਤਾਵਾ ਕਰਨ ਲੱਗਿਆ ਤੇ ਰੋਣ ਲੱਗਿਆ। ਤੇ ਉਸ ਗੁਰਬਾਣੀ ਦੇ ਵਿੱਚ ਵੀ ਦੱਸਿਆ ਸਹੰਸਰ ਦਾਨ ਦੇ ਇੰਦਰ ਰਵਾਇਆ। ਇਸ ਕਰਕੇ ਉਸਨੂੰ ਵੀ ਰੋਣਾ ਪਿਆ। ਤੇ ਜੋ ਕਾਮ ਦੇ ਵਿੱਚ ਇੰਨੀ ਤਾਕਤ ਹੈ, ਜੋ ਕਿ ਵੱਡੇ ਵੱਡੇ ਦੇਵਤੇ ਹਨ, ਇਸ ਨੇ ਆਪਣੇ ਵੱਸ ਵਿੱਚ ਕਰ ਲਿਆ ਤੇ ਦੇਵਤੇ ਇਸ ਦੇ ਅੱਗੇ ਹਾਰ ਗਏ ਹੈ। ਇਸ ਲਈ ਗੁਰੂਆਂ ਨੇ ਸਾਨੂੰ ਸਭ ਗੁਰਬਾਣੀ ਰਾਹੀਂ ਸਮਝਾ ਦਿੱਤਾ ਹੈ ਤੇ ਮਤ ਕੋਈ ਭੁਲੇਖੇ ਦੇ ਵਿੱਚ ਰਹੇ ਕਿ ਇਹ ਗੁਰਬਾਣੀ ਵਿੱਚ ਨਹੀਂ। ਇਹ ਸ਼ਬਦ ਜੋ 1344 ਅੰਗ ਤੇ ਗੁਰੂ ਸਾਹਿਬ ਨੇ ਸ਼ਬਦ ਦਰਜ ਕੀਤਾ ਹੈ ਤੇ ਗੁਰੂ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਸਮਝਾਇਆ ਹੈ ਅਤੇ ਸਰੀਰ ਦੇ ਸਾਰੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਸਾਨੂੰ ਸੁਚੇਤ ਕੀਤਾ ਗਿਆ ਕਿ ਅਸੀਂ ਕਿਵੇਂ ਮਨ ਨੂੰ ਟਿਕਾਓ ਵਿੱਚ ਲਿਆਉਣਾ ਤੇ ਇਹਨਾਂ ਨੂੰ ਕਿਵੇਂ ਕੰਟਰੋਲ ਕਰਨਾ। ਗੁਰੂ ਸਾਹਿਬ ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ, ਦੂਜੈ ਪਤ ਗਵਾਈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜੋ ਮਨੁੱਖ ਹਨ, ਉਹ ਮਾਇਆ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਆ ਤੇ ਦੁੱਖ ਦੇ ਵਿੱਚ ਗ੍ਰਸੇ ਹੋਏ ਵਿਆਕੁਲ ਹੋਏ ਰਹਿੰਦੇ ਆ ਤੇ ਇਹਨਾਂ ਕੰਮਾਂ ਦੇ ਵਿੱਚ ਫਸ ਕੇ ਉਹ ਆਪਣੀ ਇੱਜ਼ਤ ਗਵਾ ਲੈਂਦੇ ਆ। ਤੇ ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਨੂੰ ਕਿਵੇਂ ਸਫਲ ਕਰਨਾ ਹੈ। ਇੱਕ ਕਾਮਨ ਹਿਤਕਾਰੀ, ਮਾਇਆ ਮੋਹ ਪਿਆਰੀ, ਮਨਮੁਖ ਸੋਏ ਰਹੇ ਅਭਾਗੇ, ਕਾਮਨ ਭਾਵ ਇਸਤਰੀ। ਕਈ ਐਸੇ ਕਹਿੰਦੇ ਬਦ ਨਸੀਬ ਹੁੰਦੇ ਆ ਜੋ ਕਾਮਵਸ ਹੋ ਕੇ ਇਸਤਰੀ ਦੇ ਨਾਲ ਹੀ ਪਿਆਰ ਕਰਦੇ ਆ, ਜੋ ਮਾਇਆ ਮੋਹ ਦੇ ਵਿੱਚ ਮਗਨ ਰਹਿੰਦੇ ਆ, ਮਸਤ ਰਹਿੰਦੇ ਆ ਤੇ ਜੋ ਆਪਣੇ ਮਨ ਦੇ ਮਗਰ ਤੁਰਦੇ ਹਨ ਤੇ ਉਹ ਗਫਲਤ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਆ। ਨਾਨਕ ਸਹਿਜੇ ਸੇਵੈ ਗੁਰ ਆਪਣਾ, ਸੇ ਪੂਰੇ ਵਡਭਾਗੇ। ਹੇ ਨਾਨਕ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ
ਜੋ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਆਪਣੇ ਪ੍ਰਭੂ ਨੂੰ ਧਿਆਉਂਦੇ ਹਨ। ਤੇ ਇਸੇ ਕਰਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਦੱਸਿਆ ਹੈ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ। ਭਾਵ ਕਿ ਜੋ ਪਰਾਈ ਇਸਤਰੀ ਹੈ, ਜੋ ਆਪਣੇ ਤੋਂ ਵੱਡੀ ਉਸ ਨੂੰ ਮਾਂ ਕਰਕੇ ਜਾਣਨਾ, ਬਰਾਬਰ ਦੀ ਨੂੰ ਭੈਣ ਕਰਕੇ ਜਾਣਨਾ ਤੇ ਛੋਟੀਆਂ ਨੂੰ ਧੀਆਂ ਕਰਕੇ ਜਾਣਨਾ। ਕਿਉਂਕਿ ਜੋ ਇਹ ਰਿਸ਼ਤਾ ਨਾਤਾ ਇੱਕ ਬੜਾ ਪਵਿੱਤਰ ਹੁੰਦਾ ਹੈ, ਤੇ ਜੋ ਇਹ ਅਸੀਂ ਰਿਸ਼ਤੇ ਨਾਤੇ ਰੱਖਾਂਗੇ ਤਾਂ ਕੋਈ ਗਲਤੀ ਨਹੀਂ ਕਰਦਾ। ਕੋਈ ਪਰਾਈ ਸਥਿਤੀ ਜਦੋਂ ਸੰਗ ਨਾ ਹੋਇਆ ਤਾਂ ਅਸੀਂ ਇਸ ਭੈੜੀ ਬਿਮਾਰੀ ਤੋਂ ਬਚ ਜਾਵਾਂਗੇ। ਜੋ ਇਹ ਕੁਰੈਤ ਦੱਸੀ ਹੈ ਕਿ ਬੱਜਰ ਕੁਰੈਤ ਹੈ ਪਰਾਈ ਇਸਤਰੀ ਦਾ ਸੰਗ ਕਰਨਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਸਨ ਕਿ ਸਾਡਾ ਜੋ ਸਿੱਖ ਹੈ, ਸਾਡਾ ਜੋ ਖਾਲਸਾ, ਉਹ ਬੜਾ ਉੱਚੇ ਸੁੱਚੇ ਜੀਵਨ ਵਾਲਾ ਹੋਵੇ। ਕੋਈ ਸਾਡੇ ਸਿੱਖ ਦੇ ਕੋਈ ਉਂਗਲ ਨਾ ਕਰੇ। ਜੋ ਅੱਜ ਵਿਗਿਆਨ ਕਹਿ ਰਹੇ ਹਨ ਕਿ ਪਰਾਈ ਇਸਤਰੀ ਦੇ ਸੰਬੰਧ ਦੇ ਨਾਲ ਏਡਜ਼ ਜੋ ਰੋਗ ਹੁੰਦਾ ਹੈ, ਤੇ ਸਾਡੇ ਗੁਰੂ ਸਾਹਿਬ ਨੇ ਪਹਿਲਾਂ ਸਾਨੂੰ ਸੁਚੇਤ ਕੀਤਾ ਜੋ ਇਹ ਭੈੜੀ ਬਿਮਾਰੀ ਸਾਡੇ ਸਿੱਖ ਨੂੰ, ਸਾਡੇ ਜੋ ਸਿੱਖ ਹਨ, ਸਾਡਾ ਜੋ ਖਾਲਸਾ ਰੂਪ ਹੈ, ਇਹ ਇਸ ਤੋਂ ਬਚ ਸਕੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਹਿ ਮੈਂ ਉਸਕਾ ਚੇਰਾ। ਭਾਵ ਆਪਣੇ ਸਿੱਖਾਂ ਦੇ ਵਿੱਚ, ਆਪਣੇ ਖਾਲਸੇ ਦੇ ਵਿੱਚ ਗੁਰੂ ਨੇ ਕੋਈ ਫਰਕ ਨਹੀਂ ਰੱਖਿਆ। ਇਸੇ ਕਰਕੇ ਇਹਨੂੰ ਬੱਜਰ ਕੁਰੈਤ ਦੱਸਿਆ ਜਾਂਦਾ ਹੈ। ਪਰ ਸਾਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਗਿਆਨ ਨਹੀਂ। ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਬੱਜਰ ਕੁਰੈਤ ਆ, ਇਹ ਨਹੀਂ ਪਤਾ ਤੇ ਗੁਰੂ ਸਾਹਿਬ ਨੇ ਇਹ ਮਨਾਹੀ ਕਿਉਂ ਕੀਤੀ, ਕਿਉਂ ਸਾਨੂੰ ਸਖਤ ਤਾੜਨਾ ਕੀਤੀ ਹੈ। ਕਿਉਂਕਿ ਇਹੋ ਜਿਹੀ ਭੈੜੀ ਬਿਮਾਰੀ ਦਾ ਕੋਈ ਇਲਾਜ ਨਹੀਂ ਤੇ ਲੋਕ ਉਹਨਾਂ ਤੇ ਉਂਗਲਾਂ ਚੁੱਕਦੇ ਨੇ। ਤੇ ਇਸੇ ਕਰਕੇ ਕਿਹਾ ਹੈ ਕਿ ਇੱਕ ਆਪਣੇ ਸਰੀਰ ਦਾ ਨਾਸ਼ ਕਰਨਾ, ਦੂਸਰਾ ਧਨ ਦਾ ਨਾਸ਼ ਕਰਨਾ। ਤੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਕਿ ਉਹ ਗੁਰਬਾਣੀ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਇਹ ਨਿਤਰੋ ਮੇਰੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹੇ ਮੇਰੀ ਅੱਖੀਓ, ਪਰਮਾਤਮਾ ਨੇ ਤੁਹਾਡੇ ਅੰਦਰ ਆਪਣੀ ਜੋਤ ਟਿਕਾਈ ਹੈ ਤਾਂ ਤੁਸੀਂ ਵੇਖਣ ਯੋਗ ਹੋਈਆਂ। ਤੇ ਜਿੱਧਰ ਤੁਸੀਂ ਤੱਕੋ ਬਸ ਇੱਕ ਪਰਮਾਤਮਾ ਹੀ ਤੱਕੋ, ਹੋਰ ਕਿਸ ਨੂੰ ਨਹੀਂ ਤੱਕਣਾ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਪਰਮਾਤਮਾ ਤੋਂ ਬਿਨਾ ਹੋਰ ਗੈਰ ਨਾ ਦਿਸੇ ਤੇ ਅੱਖਾਂ ਦੇ ਨਾਲ ਪਰਮਾਤਮਾ ਹੀ ਦਿਸੇ। ਤੁਸੀਂ ਇਹ ਪਰਮਾਤਮਾ ਹੀ ਦੇਖਣਾ, ਜਿੱਧਰ ਕਿਧਰ ਦੇਖਣਾ ਹੈ। ਸਿਰਫ ਤੁਹਾਨੂੰ ਪਰਮਾਤਮਾ ਦਾ ਰੰਗ ਰੂਪ ਦਿਸਣਾ ਚਾਹੀਦਾ ਹੈ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਾਰਾ ਸੰਸਾਰ ਜੋ ਤੁਸੀਂ ਦੇਖ ਰਹੇ ਹੋ, ਇਹ ਸਾਰਾ ਪ੍ਰਭੂ ਦਾ ਹੀ ਰੂਪ ਹੈ ਤੇ ਪ੍ਰਭੂ ਦਾ ਹੀ ਰੂਪ ਦਿਸ ਰਿਹਾ ਹੈ। ਇਹ ਸਾਰਾ ਬਸਾਰਾ ਪਰਮਾਤਮਾ ਦਾ ਹੈ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਤੇ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਮਝ ਆ ਗਈ ਹੈ। ਹੁਣ ਜਦੋਂ ਮੈਂ ਦੇਖਦਾ ਹਰ ਥਾਂ ਪਰਮਾਤਮਾ ਹੀ ਦਿਸਦਾ ਹੈ ਤੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਗੁਰੂ ਨਾਨਕ ਜੀ ਦੇਵ ਜੀ ਆਖਦੇ ਹਨ ਕਿ ਗੁਰੂ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅੰਨੀਆਂ ਸਨ
क्योंकि उस तो पहला मैं कुछ वेख नहीं सी सकता। ते जदों गुरु मिलिया इन्हां अखां दे विच रोशनी आई है ते इन्हां नूं हर थां परमात्मा दिसन लगा है ते ये दर्शन आनंद मूल हन। भाव कि हुण परमात्मा दिसन नाल सानू आनंद प्राप्त हुंदा है। ये सरवण हो मेरे हो सच सुन नो पठाए। हे मेरे कन्नो परमात्मा दी सिफत सलाह दी बाणी सुनन वास्ते तुहानू बनाया है। सच सुन नो पठाए शरीर लाए सुनो सतबाणी। ते परमात्मा दी सिफत सलाह दी बाणी सुनिया करो ते सदा रहन वाले परमात्मा नू जो परमात्मा ने तुहानू बनाया है ते इस शरीर दे विच थापिया है। जद सोनी मन तन हरिया होवा रसना रस सुमाणी। हुण गुरु दी बाणी सुनन दे नाल तन ते मन आनंद भरपूर हो जांदा है ते जीव आनंद दे विच मस्त हो जांदी है। ते सच अलख वडाणी तां कि गत कही ना जाए। सदा स्थिर परमात्मा आश्चर्य रूप है। कोई रंग नहीं कोई रूप नहीं कोई नहीं दस्या जांदा कि किहो जिहा परमात्मा है। ओदा कोई चक्कर चिन्ह नहीं है। कह नानक अमृत नाम सुनो पवित्र होवो सच सुन नो पठाए। ते परमात्मा दे गुण गाउण दे नाल ਇਹ ਲਾਭ ਹੁੰਦਾ ਹੈ कि मनुख नूं आत्मक आनंद मिलता है। गुरु नानक देव जी आखदे हन आत्मक आनंद देण वाला नाम सुनिया करो ते तुसी पवित्र हो जाओगे। तुहानू परमात्मा दा नाम सुनन वास्ते बनाया है। जिवें शरीरक भुख मिटाउण वास्ते सानू भोजन की जरूरत है ते आत्मिक भुख मिटाउण वास्ते गुरबाणी गाउणा गुरबाणी सुनना गुरबाणी पढ़ना ये आत्मा की खुराक है। जिवें दूसरे पातशाह ने शरीर नूं तंदुरुस्त रखण वास्ते अखाड़े सजाए सन उन्हां टाइमां दे विच गुरु साहिब ने पहल कीती कि शरीर नूं तंदुरुस्त वास्ते जो शरीर नूं खुराक देनी है ते घोल भी कराउंदे सन दूसरे पातशाह। शरीर नूं तंदुरुस्त रखण वास्ते शरीर की खुराक चाहिदी है ते मन नूं तंदुरुस्त वास्ते मजबूत करन वास्ते गुरबाणी की जरूरत है। ते गुरबाणी पढ़न दे नाल सुनन दे नाल ते गुरबाणी दे उत्ते अमल करन दे नाल जो ਇਹੋ ਜਿਹੇ ਭੈੜੇ ਰੋਗ ਹਨ ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਗੁਰੂ ਦਾ ਦੱਸਿਆ ਹੋਇਆ ਗਿਆਨ ਉਸ ਦਾ ਚਾਨਣ ਬਣ ਜਾਂਦਾ ਹੈ। ਜਦੋਂ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੇ ਅਸੀਂ ਅਮਲ ਕਰਦੇ ਹਾਂ ਉਸ ਗਿਆਨ ਤੇ ਅਮਲ ਕਰਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਰੋਸ਼ਨੀ ਪੈਦਾ ਹੋ ਜਾਂਦੀ ਹੈ ਜੋ ਇਹਨਾਂ ਰੋਗਾਂ ਤੋਂ ਮੁਕਤੀ ਮਿਲਦੀ ਹੈ ਤੇ ਗੁਰਬਾਣੀ ਨਾਲ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਸੋ ਇਹ ਸੀ ਅੱਜ ਦੀ ਵਿਚਾਰ ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸਾਨੂੰ ਇਹਨਾਂ ਕੁਰਹਿਤਾਂ ਤੋਂ ਦੂਰ ਰੱਖਿਆ ਜੋ ਸਾਨੂੰ ਪਹਿਲਾਂ ਗੁਰੂਆਂ ਨੇ ਸਮਝਾਇਆ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਕਿਰਪਾ ਕਰਨ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।